2017 ਦੇ ਵਿੱਚ ਪੰਜਾਬ ਦੇ ਵਿੱਚ ਵਿਧਾਨ ਸਭਾ ਚੋਣਾਂ ਹੋਈਆਂ। ਚੋਣਾਂ ਤੋਂ ਠੀਕ 4 ਦਿਨ ਪਹਿਲਾਂ 31 ਜਨਵਰੀ 2017 ਨੂੰ ਮੌੜ ਮੰਡੀ ਦੇ ਵਿੱਚ ਇੱਕ ਬੰਬ ਬਲਾਸਟ ਹੋਇਆ। ਇਹ ਬੰਬ ਬਲਾਸਟ ਹਰਮਿੰਦਰ ਸਿੰਘ ਜੱਸੀ ਜੋ ਕਿ ਇੱਕ ਕਾਂਗਰਸ ਲੀਡਰ ਸੀ, ਉਹਦੀ ਇੱਕ ਸਭਾ ਚੱਲ ਰਹੀ ਸੀ ਇੱਕ ਕਨਵੈਸਿੰਗ ਵਾਸਤੇ, ਵੋਟਾਂ ਮੰਗਣ ਵਾਸਤੇ। ਉਸ ਦੇ ਵਿੱਚ ਇਹ ਹੋਇਆ ਜਿੱਥੇ ਕਿ 7 ਲੋਕਾਂ ਦੀ ਮੌਤ ਹੋ ਗਈ ਤੇ 25 ਦੇ ਕਰੀਬ ਇੰਜਰਡ ਹੋਏ। ਇੱਕ ਐਡਾ ਵੱਡਾ ਵਾਕਾ ਹੋਇਆ ਤੇ ਉਸ ਤੋਂ ਬਾਅਦ ਅੱਜ ਤੱਕ ਇਹਦੇ ਵਿੱਚ ਨਾ ਕੋਈ ਇਨਵੈਸਟੀਗੇਸ਼ਨ ਸਾਹਮਣੇ ਆਈ ਹੈਗੀ ਹੈ ਤੇ ਨਾ ਹੀ ਕਲਪ੍ਰਿਟ ਫੜੇ ਗਏ ਹੈਗੇ ਨੇ। ਅਕਿਊਜ਼ਡ ਕੌਣ ਆ, ਕਰਾਉਣ ਵਾਲੇ ਕੌਣ ਆ, ਇਹ ਸਾਰਾ ਕੁਝ ਅਜੇ ਵੀ ਪਰਦੇ ਦੇ ਪਿੱਛੇ ਹੈ। ਹਾਲਾਂਕਿ DIG RS ਖਟੜਾ ਦੀ ਇੱਕ ਸਿੱਟ ਬਣਾਈ ਗਈ ਸੀ ਪੰਜਾਬ ਗੌਰਮੈਂਟ ਵੱਲੋਂ, ਪਰੰਤੂ 2017 ਦੇ ਵਿੱਚ ਉਹਨਾਂ ਨੇ ਜੋ ਰਿਵੀਲ ਕੀਤਾ, ਇਹ ਜੋ ਬੰਬ ਬਲਾਸਟ ਹੋਇਆ ਇਹਦੇ ਤਾਰ ਜਾ ਕੇ ਸਿਰਸਾ ਡੇਰੇ ਨਾਲ ਜੁੜ ਗਏ ਤੇ ਰਾਮ ਰਹੀਮ ਉਦੋਂ ਤੱਕ ਜੇਲ੍ਹ ਜਾ ਚੁੱਕਿਆ ਸੀ, ਕਿਉਂਕਿ ਜਿਸ ਕਾਰ ਦੇ ਵਿੱਚ, ਮਰੂਤੀ ਕਾਰ ਦੇ ਵਿੱਚ ਇਹ ਬੰਬ ਬਲਾਸਟ ਹੋਇਆ, ਇੱਕ ਪ੍ਰੈਸ਼ਰ ਕੁੱਕਰ ਇਹ ਬੰਬ ਸੀਗਾ ਜੋ ਕਿ ਫਟ ਗਿਆ। ਇਹ ਕਾਰ ਤਿਆਰ ਹੋਈ ਸੀ ਰਾਮ ਰਹੀਮ ਦੀ ਜੋ ਪਰਸਨਲ ਉਹਦਾ ਗੈਰੇਜ ਸੀ, ਉਹਦੇ ਘਰ ਦੇ ਵਿੱਚ ਬਣਿਆ ਹੋਇਆ ਜਿੱਥੇ ਉਹਦੀਆਂ ਗੱਡੀਆਂ ਠੀਕ ਹੁੰਦੀਆਂ ਨੇ, ਉੱਥੇ ਇਹ ਗੱਡੀ ਤਿਆਰ ਕੀਤੀ ਗਈ ਸੀ। ਇਹਦਾ ਰੰਗ ਰੋਗਨ ਬਦਲਿਆ ਗਿਆ ਸੀ ਤੇ ਉਸ ਤੋਂ ਬਾਅਦ ਇਹਦੇ ਵਿੱਚ ਹੀ ਬਲਾਸਟ ਕੀਤਾ ਜਾਂਦਾ ਹੈ। ਪਰੰਤੂ ਸਰਕਾਰੀ ਦਾਅਵਿਆਂ ਦੀ ਗੱਲ ਕਰੀਏ ਤਾਂ ਸਾਰਾ ਕੁਝ ਅਜੇ ਤੱਕ ਸ਼ਾਂਤ ਪਿਆ, ਕਾਗਜ਼ਾਂ ਦੇ ਵਿੱਚ ਹੀ ਹੈ ਤੇ ਪਰਦੇ ਦੇ ਪਿੱਛੇ ਹੈ। ਇਸ ਗੱਲ ਨੂੰ ਖੋਲ੍ਹਣ ਵਾਸਤੇ 2018 ਦੇ ਵਿੱਚ ਇੱਕ ਪਟੀਸ਼ਨ ਪਈ ਹਾਈ ਕੋਰਟ ਦੇ ਵਿੱਚ। ਉਹ ਪਟੀਸ਼ਨ ਪਾਉਣ ਵਾਲੇ ਅੱਜ ਮੇਰੇ ਨਾਲ ਖੜੇ ਨੇ ਰਵਿੰਦਰ ਸਿੰਘ ਜੋਸ਼ੀ। ਇਹਨਾਂ ਨਾਲ ਗੱਲਬਾਤ ਕਰਦੇ ਆ ਕਿ ਹੁਣ ਇਸ ਕੇਸ ਦੇ ਵਿੱਚ ਅੱਗੇ ਕੀ ਹੋਇਆ ਹੈਗਾ, ਕੀ ਡਿਵੈਲਪਮੈਂਟ ਹੈਗੀਆਂ ਨੇ ਹਾਈ ਕੋਰਟ ਦੇ ਵਿੱਚ। ਜੋਸ਼ੀ ਜੀ, ਤਰੀਕ ਸੀਗੀ ਇਹਦੀ ਤੇ ਕੀ ਸਾਹਮਣੇ ਆਇਆ ਇਸ ਵਾਰ? ਦੇਖੋ, ਮੈਂ ਤੁਹਾਨੂੰ ਦੱਸਦਾ, ਇਹ ਮਾਮਲਾ ਜਿਹੜਾ ਹੈ ਮਈ 2018 ਦੇ ਵਿੱਚ ਅਸੀਂ ਹਾਈ ਕੋਰਟ ਦੇ ਵਿੱਚ ਪਾਇਆ ਸੀਗਾ ਤੇ ਉਹਦੇ ਵਿੱਚ ਅਹਿਮ ਰੂਪ 'ਚ ਇਹੀ ਮੰਗ ਰੱਖੀ ਸੀ ਵੀ ਇਹਦੀ ਜਿਹੜੀ ਜਾਂਚ ਹੈ, ਕਿਉਂਕਿ ਜਦੋਂ ਇਹ ਰਿਵੀਲ ਹੋ ਗਿਆ ਵੀ ਇਹ ਬਲਾਸਟ ਦੇ ਤਾਰ ਡੇਰਾ ਸੱਚਾ ਸੌਦਾ ਨਾਲ ਜੁੜੇ ਹੋਏ ਨੇ, ਗੁਰਮੀਤ ਰਾਮ ਰਹੀਮ ਨਾਲ ਜੁੜੇ ਹੋਏ ਨੇ, ਤੇ ਇਹਦੀ ਜਾਂਚ ਉਸ ਟਾਈਮ ਪੰਜਾਬ ਦੇ ਵਿੱਚ ਸਰਕਾਰ ਬਣੀ ਜਦੋਂ ਕੈਪਟਨ ਅਮਰਿੰਦਰ ਸਿੰਘ ਦੀ, ਉਦੋਂ ਬਾਅਦ ਜਿਹੜੀ SIT ਫਾਰਮੂਲੇਟ ਕੀਤੀ ਗਈ ਉਹਨਾਂ ਦੇ ਆਰਡਰਸ ਦੇ ਨਾਲ, ਉਹ ਜਾਂਚ ਕਰ ਰਹੀ ਸੀ। ਹੁਣ ਇਹ ਮਾਮਲਾ ਹਰਿਆਣੇ ਦੇ ਵਿੱਚ ਚਲਾ ਗਿਆ, ਇੰਟਰਸਟੇਟ ਮਾਮਲਾ ਹੋ ਚੁੱਕਿਆ ਸੀਗਾ। ਤਾਂ ਜਿੱਥੇ 2 ਸਟੇਟਸ ਦਾ ਮਾਮਲਾ ਹੋਵੇ, ਦੂਜਾ ਇਹਦੇ ਵਿੱਚ ਇੰਪਰੋਵਾਈਜ਼ਡ ਐਕਸਪਲੋਸਿਵ ਡਿਵਾਈਸ ਯੂਜ਼ ਕੀਤੇ ਗਏ ਸੀ। 2 ਬੰਬ ਜਿਹੜੇ ਇੰਪਰੋਵਾਈਜ਼ਡ ਐਕਸਪਲੋਸਿਵ ਡਿਵਾਈਸ ਨਾਲ ਟਵਿਨ ਬੰਬ ਸੀਗੇ, ਜਿਨ੍ਹਾਂ ਚੋਂ ਇੱਕ ਚੱਲਿਆ ਤੇ ਐਡਾ ਵੱਡਾ ਨੁਕਸਾਨ ਹੋਇਆ, ਦੂਜਾ ਚੱਲਿਆ ਨਹੀਂ ਕਿਸੇ ਪਰਮਾਤਮਾ ਦੀ ਕਿਤੇ ਉਹਦੇ ਕਰਕੇ, ਦੂਜਾ ਨਹੀਂ ਨੁਕਸਾਨ ਹੋਰ ਵੀ ਵੱਡਾ ਹੋ ਸਕਦਾ ਸੀ। ਤਾਂ ਇਹੋ ਜਿਹੇ ਐਕਸਪਲੋਸਿਵ ਡਿਵਾਈਸਿਸ ਯੂਜ਼ ਕਰਕੇ ਜਿਹੜਾ ਬੰਬ ਤਿਆਰ ਕਰਕੇ ਉਹਨੂੰ ਡੈਟੋਨੇਟ ਕਰਕੇ ਐਕਸਪਲੋਸਿਵ ਕੀਤਾ ਗਿਆ, ਇਹਦੇ ਵਿੱਚ ਕੋਈ ਟੈਰਰਿਸਟ ਐਂਗਲ ਜਾਂ ਕੋਈ ਨਾ ਹੋਰ ਥਿਓਰੀਜ਼ ਕਈ ਸੀਗੀਆਂ ਤੇ ਇਹਦੀ ਜਾਂਚ ਅਹਿਮ ਰੂਪ ਦੇ ਵਿੱਚ ਜ਼ਰੂਰੀ ਸੀ। ਵੀ ਇਹਦੇ ਲਈ ਸਭ ਤੋਂ ਕੰਪੀਟੈਂਟ ਏਜੰਸੀ ਜਿਹੜੀ ਇਹੋ ਜਿਹੇ ਮਾਮਲਿਆਂ ਨੂੰ ਜਾਂਚ ਕਰ ਲਈ ਉਹ NIA ਹੈ ਤੇ SIT ਕਿਉਂਕਿ ਪੰਜਾਬ ਦੀ ਸੀਗੀ, ਹਰਿਆਣੇ 'ਚ ਜਾਣ ਤੋਂ ਪਹਿਲਾਂ ਪਰਮਿਸ਼ਨਾਂ ਤੇ ਹੋਰ ਸਾਰਾ ਬਹੁਤ ਪ੍ਰੋਸੀਜਰਲ ਕੰਮ ਹੋ ਜਾਂਦਾ, ਜਿਹਦੇ ਵਿੱਚ ਕਿਤੇ ਜਾਂਚ ਪਿੱਛੇ ਰਹਿ ਜਾਂਦੀ ਹੈ ਤੇ ਨਹੀਂ ਕੁਛ ਰਿਜ਼ਲਟ ਆ ਪਾਉਂਦਾ। ਤੇ ਇਸ ਲਈ ਅਸੀਂ ਹਾਈ ਕੋਰਟ ਅਪਰੋਚ ਕੀਤਾ ਵੀ ਇਹਦੇ ਵਿੱਚ NIA ਜਾਂ ਐਟਲੀਸਟ CBI ਕੋਈ ਸੈਂਟਰਲ ਏਜੰਸੀ ਜਿਹੜੀ ਹੈ ਜਾਂਚ ਕਰੇ, ਕਿਉਂਕਿ ਮਾਮਲਾ ਬੜਾ ਗੰਭੀਰ ਸੀ। ਦੂਜਾ ਇਹ ਅਹਿਮ ਮਾਮਲਾ ਇਸ ਕਰਕੇ ਸੀ ਵੀ ਇੱਕ ਕੌਂਸਟੀਟਿਊਸ਼ਨਲ ਮਸ਼ੀਨਰੀ ਨੂੰ ਬ੍ਰੇਕਡਾਊਨ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਇਹ ਜਿਹੜਾ ਬਲਾਸਟ ਹੋਇਆ 31 ਜਨਵਰੀ 2017 ਨੂੰ ਹੋਇਆ, ਜਿਹ ਤੋਂ ਕੇਵਲ 4 ਦਿਨ ਬਾਅਦ ਜੋ ਹੈ ਵਿਧਾਨ ਸਭਾ ਇਲੈਕਸ਼ਨ ਸੀਗੀ। ਕਿਸੇ ਇਲੈਕਟਿਵ ਕੈਂਡੀਡੇਟ ਦੀ ਇਲੈਕਸ਼ਨ ਕੈਂਪੇਨ ਦੇ ਦੌਰਾਨ ਇਹ ਬਲਾਸਟ ਹੋਇਆ। ਹੁਣ ਦੇਖੋ ਤੁਸੀਂ, 4 ਸਾਲ ਬੀਤ ਚੁੱਕੇ ਨੇ ਇਸ ਗੱਲ ਨੂੰ, ਇਲੈਕਸ਼ਨਾਂ ਦੁਬਾਰਾ ਆਉਣ ਵਾਲੀਆਂ ਨੇ ਤੇ ਅੱਜ ਤੱਕ ਨਾ ਤਾਂ ਮੋਟਿਵ ਪਤਾ ਲੱਗ ਸਕਿਆ। ਇਹ ਬੜੀ ਮਤਲਬ ਕਿ ਸ਼ਰਮ ਦੀ ਗੱਲ ਹੈ ਪੰਜਾਬ ਪੁਲਿਸ ਲਈ ਤੇ ਪੰਜਾਬ ਸਰਕਾਰ ਲਈ ਵੀ, ਕਿਉਂਕਿ ਉਹ ਜਿਹੜਾ ਕੈਂਡੀਡੇਟ ਅਲੈਜ ਕੀਤਾ ਗਿਆ ਵੀ ਜਿਹਦੇ ਉੱਤੇ ਇਹ ਅਟੈਕ ਸੀਗਾ, ਉਹ ਕਾਂਗਰਸ ਪਾਰਟੀ ਨੂੰ ਬਿਲੋਂਗ ਕਰਦੇ ਸੀਗੇ। ਉਹਨਾਂ ਨੂੰ Z ਸਿਕਿਉਰਿਟੀ ਤਾਂ ਦੇ ਦਿੱਤੀ ਗਈ, ਪਰ ਬੜੀ ਹੈਰਾਨੀ ਦੀ ਗੱਲ ਹੈ ਅੱਜ ਤੱਕ ਕੋਈ ਐਫਰਟ, ਕੋਈ ਸਟੈਪਸ ਨਹੀਂ ਲਏ ਗਏ ਸਰਕਾਰ ਵੱਲੋਂ ਵੀ ਸਾਡੇ ਕੈਂਡੀਡੇਟ ਤੇ ਅਟੈਕ ਕੀਤਾ। ਇਹ ਅਟੈਕ ਕਿਸ ਮਕਸਦ ਨਾਲ ਕੀਤਾ ਗਿਆ, ਜਿੱਦੋਂ ਐਂ ਜਾਪਦਾ ਵੀ ਕਿਤੇ ਰਲੀ ਭੁਗਤ ਵੀ ਹੋ ਸਕਦੀ ਹੈ ਸਰਕਾਰ ਦੀ ਜਾਂ ਕੈਂਡੀਡੇਟ ਦੀ ਵੀ ਆਪਦੀ ਮਨਸਾ ਹੋ ਸਕਦੀ ਹੈ, ਪੋਲੀਟੀਕਲ ਮੋਟਿਵ ਆਪਦੇ, ਕਿਉਂਕਿ ਜਦੋਂ ਇਹ ਬਲਾਸਟ ਹੋਇਆ ਤਾਂ ਕਈ ਥਿਓਰੀ ਸਾਹਮਣੇ ਆਈਆਂ ਸੀਗੀਆਂ। ਅਹਿਮ ਰੂਪ 'ਚ ਥਿਓਰੀ ਇਹ ਸੀਗੀ ਵੀ ਹਰਮਿੰਦਰ ਜੱਸੀ ਜਿਹੜੇ ਕੈਂਡੀਡੇਟ ਸੀਗੇ ਉਸ ਸਮੇਂ, ਉਹਨਾਂ ਦੀ ਪੋਜੀਸ਼ਨ ਇੰਨੀ ਸਟਰੋਂਗ ਨਹੀਂ ਚੱਲ ਰਹੀ ਸੀਗੀ ਉਸ ਇਲਾਕੇ ਦੇ ਵਿੱਚ ਤੇ ਉਹ ਚਾਹੁੰਦੇ ਸੀ ਵੀ ਕਿਸੇ ਰੂਪ ਦੇ ਵਿੱਚ ਇਲੈਕਸ਼ਨ ਡਿਲੇ ਹੋ ਜਾਏ, ਕੈਂਸਲ ਹੋ ਜਾਏ ਮੌਕੇ ਦੀ ਵੋਟਿੰਗ ਤੇ ਬਾਅਦ 'ਚ। ਤੇ ਉਹ ਇੱਕ ਤਾਂ ਥਿਓਰੀ ਇਹ ਸੀ। ਇੱਕ ਥਿਓਰੀ ਇਹ ਸੀ ਵੀ ਜਿੱਥੇ ਬਲਾਸਟ ਹੋਇਆ ਉੱਥੇ ਇੱਕ ਪ੍ਰਾਈਵੇਟ ਕੈਂਡੀਡੇਟ ਜਿਹੜੇ ਸੀਗੇ, ਕਿਸੇ ਪਾਰਟੀ ਨੂੰ ਬਿਲੋਂਗ ਨਹੀਂ ਕਰਦੇ ਸੀ, ਇੰਡੀਪੈਂਡੈਂਟ ਕੈਂਡੀਡੇਟ ਨੇ ਆਪਦਾ ਸਮਰਥਨ ਦੇਣਾ ਸੀ, ਪਰ
ਉਹ ਉਹਨਾਂ ਦਾ ਬਿਆਨ ਇਹ ਹੈ ਵੀ ਮੈਂ ਕਿਤੇ ਕੋਈ ਕਾਲ ਅਟੈਂਡ ਕਰਨ ਲਈ ਪਾਸੇ ਹੋਇਆ ਤੇ ਇੰਨੇ ਨੂੰ ਪਿੱਛੇ ਬਲਾਸਟ ਹੋ ਗਿਆ। ਤਾਂ ਕਿਤੇ ਨਾ ਕਿਤੇ ਹੋ ਸਕਦਾ ਵੀ ਕਿਤੇ ਸਿੰਪਥੀ ਗੇਨ ਕਰਨ ਲਈ ਲੋਕਾਂ ਦੀ ਇਹ ਵੀ ਇੱਕ ਥਿਉਰੀ ਹੈ ਜੋ ਅੱਜ ਤੱਕ ਰਿਵੀਲ ਨਹੀਂ ਹੋ ਸਕੀ ਵੀ ਕੀ ਕਾਰਨ ਹੈ। ਤੀਜਾ ਇੱਕ ਹੋਰ ਥਿਉਰੀ ਸੀ ਵੀ ਉਸ ਟਾਈਮ ਤੇ ਆਮ ਆਦਮੀ ਪਾਰਟੀ ਦੇ ਜੋ ਚੀਫ ਸੀਗੇ ਅਰਵਿੰਦ ਕੇਜਰੀਵਾਲ, ਉਸ ਮਾਨਸਾ ਏਰੀਏ ਦੇ ਵਿੱਚ, ਮੌੜ ਏਰੀਏ ਦੇ ਵਿੱਚ ਕੁਝ ਲੋਕਾਂ ਦੇ ਘਰੇ ਵਿਜ਼ਿਟ ਕਰਕੇ ਆਏ ਸੀ, ਜਿਹਦੇ ਐਲੀਗੇਸ਼ਨ ਪੋਲੀਟੀਕਲ ਪਾਰਟੀਆਂ ਨੇ, ਕਾਂਗਰਸ ਨੇ ਅਹਿਮ ਰੂਪ ਚ ਲਾਏ ਸੀ ਵੀ ਇਹ ਲੋਕ ਜਿਹੜੇ ਆ ਟੈਰਰਿਸਟ ਗਰੁੱਪਸ ਨੂੰ ਬਿਲੋਂਗ ਕਰਦੇ ਆ ਤੇ ਆਮ ਆਦਮੀ ਪਾਰਟੀ ਦੇ ਆਉਣ ਨਾਲ ਪੰਜਾਬ 'ਚ ਹਾਲਾਤ ਖਰਾਬ ਹੋ ਸਕਦੇ ਨੇ। ਹੋ ਸਕਦਾ ਕਿਤੇ ਨਾ ਕਿਤੇ ਕੋਈ ਪੋਲੀਟੀਕਲ ਏਮ ਹੋਵੇ, ਆਪਦੀ ਗੱਲ ਨੂੰ ਇਸਟੈਬਲਿਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਹੋਵੇ। ਇਹ ਥਿਉਰੀਆਂ ਸੀ। ਪਰ ਹੁਣ 4 ਸਾਲ ਬੀਤਣ ਤੋਂ ਬਾਅਦ ਕੌਂਸਟੀਟਿਊਸ਼ਨਲ ਜਿਹੜਾ ਬੰਦੇ ਦਾ ਰਾਈਟ ਹੈ, ਇਹ ਕਿਸ ਰੂਪ ਦੇ ਵਿੱਚ ਲੋਕਾਂ ਕੋਲੇ ਜਾ ਕੇ ਵੋਟਾਂ ਮੰਗਣਗੇ ਜਦ ਇਹ ਇੱਕ ਬਲਾਸਟ ਜਿਹੜਾ ਕੌਂਸਟੀਟਿਊਸ਼ਨਲ ਐਕਟੀਵਿਟੀ ਦੇ ਦੌਰਾਨ ਹੋ ਗਿਆ, ਇਲੈਕਸ਼ਨਾਂ ਦੇ ਦੌਰਾਨ ਇੱਕ ਬਲਾਸਟ ਹੋ ਗਿਆ, ਉਸ ਟਾਈਮ ਤੇ ਉਹਦੇ ਅੱਜ ਤੱਕ ਲੋਕਾਂ ਨੂੰ ਇਹ ਇਨਸਾਫ ਨਹੀਂ ਦਿਵਾ ਸਕੇ। ਅੱਜ ਤੱਕ ਉਹ ਜਿਹੜੇ ਦੋਸ਼ੀ ਨੇ ਉਹ ਫਰਾਰ ਨੇ, ਉਹਨਾਂ ਦਾ ਕੋਈ ਪਤਾ ਨਹੀਂ। ਆਉਣ ਵਾਲੀ ਇਲੈਕਸ਼ਨ ਜਿਹੜੀ 1 ਸਾਲ ਬਾਅਦ ਹੈ, ਉਹਦੇ ਵਿੱਚ ਕਿਵੇਂ ਇਹ ਲੋਕਾਂ ਦੇ ਜੋ ਹੈ ਫੇਸ ਕਰਨਗੇ ਤੇ ਉਹਨਾਂ ਨੂੰ ਕਹਿਣਗੇ ਵੀ ਆਹ ਇਲੈਕਸ਼ਨ ਪ੍ਰੋਸੈਸ 'ਚ ਪਾਰਟਿਸਿਪੇਟ ਕਰੋ, ਤੁਸੀਂ ਸੇਫ ਹੋ। ਐਡਵੋਕੇਟ ਸਾਹਿਬ, ਆਪਾਂ ਪਹਿਲਾਂ ਇਹਦਾ ਜੋ ਪੁਲਿਸੀਆ ਪੱਖ ਹੈਗਾ ਇਨਵੈਸਟੀਗੇਸ਼ਨ ਦਾ, ਆਪਾਂ ਉਹਦੀ ਗੱਲ ਕਰਦੇ ਹਾਂ ਕਿ RS ਖੱਟੜਾ ਦੀ ਇੱਕ ਸਿੱਟ ਬਣਾਈ ਗਈ ਸੀ ਤੇ ਉਹਨੂੰ ਇਹ ਜਾਂਚ ਸੌਂਪੀ ਗਈ ਸੀ ਤੇ ਉਹਨਾਂ ਨੇ ਆਪਣੀ ਜਾਂਚ ਦੇ ਵਿੱਚ ਇਹ ਗੱਲ ਸਾਹਮਣੇ ਲਿਆਂਦੀ ਸੀ ਕਿ ਇਹ ਜਿਹੜੀ ਗੱਡੀ ਹੈਗੀ ਹੈ ਤਿਆਰ ਹੋਈ ਹੈ ਸਿਰਸਾ ਡੇਰੇ ਦੇ ਵਿੱਚ, ਬਾਬਾ ਰਾਮ ਰਹੀਮ ਦੀ ਪਰਸਨਲ ਗੈਰੇਜ ਦੇ ਵਿੱਚ। ਤੇ ਉਸ ਤੋਂ ਬਾਅਦ ਸਾਰਾ ਕੁਝ ਸ਼ਾਂਤ ਹੋ ਗਿਆ, ਨਾ ਕੋਈ ਰਿਵੀਲ ਹੋਇਆ, ਨਾ ਕੋਈ ਬੰਦਾ ਫੜਿਆ ਗਿਆ, ਨਾ ਕੋਈ ਉਲਟ ਫੜਿਆ ਗਿਆ ਤੇ RS ਖੱਟੜਾ ਵੀ ਚੁੱਪ ਕਰਕੇ ਬੈਠ ਗਏ ਵੀ ਸਿੱਟੀ ਉਹ ਭੰਗ ਕਰ ਦਿੱਤੀ ਗਈ ਸੀ ਤੇ ਉਸ ਤੋਂ ਬਾਅਦ ਨਵੀਂ ਸਿੱਟ ਬਣੀ। ਦੇਖੋ, ਇਹ ਪਹਿਲੀ ਵਾਰ ਨਹੀਂ ਹੋਇਆ। ਸਟੇਟ ਏਜੰਸੀਆਂ ਜਿੰਨੀ ਵਾਰ ਵੀ, ਚਾਹੇ ਉਹ ਰਾਮਚੰਦ ਛਤਰਪਤੀ ਦੇ ਮਰਡਰ ਦਾ ਕੇਸ ਹੋਵੇ, ਚਾਹੇ ਰਣਜੀਤ ਮਰਡਰ ਕੇਸ ਹੋਵੇ ਹਰਿਆਣੇ ਦਾ, ਜਦੋਂ ਵੀ ਸਟੇਟ ਏਜੰਸੀਜ਼ ਦੇ ਤੱਕ ਗੱਲ ਆਈ ਹੈ ਕਿਸੇ ਜਾਂਚ ਦੀ, ਇਹਨਾਂ ਨੇ ਕਲੀਨ ਚਿਟਸ ਦਿੱਤੀਆਂ ਨੇ, ਇਹਨਾਂ ਨੇ ਚਲਾਨ ਪੇਸ਼ ਕੀਤੇ ਨੇ, ਕਦੇ ਕੋਈ ਆਊਟਪੁੱਟ ਰਿਜ਼ਲਟ ਨਹੀਂ ਆਇਆ ਸਟੇਟ ਏਜੰਸੀਜ਼ ਤੋਂ। ਤਾਂ ਪੰਜਾਬ ਤੋਂ ਕਿੱਥੋਂ ਐਕਸਪੈਕਟ ਕਰ ਲਾਂਗੇ, ਕਿਉਂਕਿ ਪੋਲੀਟੀਕਲ ਵੋਟ ਬੈਂਕ ਡੇਰਾ ਰਾਮ ਰਹੀਮ ਦਾ ਜੋ ਡੇਰਾ ਸੱਚਾ ਸੌਦਾ, ਉਹ ਬਹੁਤ ਵੱਡਾ ਪੋਲੀਟੀਕਲ ਵੋਟ ਬੈਂਕ ਹੈ। ਤਾਂ ਸਟੇਟ ਏਜੰਸੀਜ਼ ਤੋਂ ਤਾਂ ਸਾਨੂੰ ਉਮੀਦ ਹੀ ਨਹੀਂ ਸੀ ਵੀ ਕੋਈ ਉਹ ਕਰਨਗੇ ਤੇ ਉਹ ਨਤੀਜਾ ਵੀ ਦੇਖ ਲਿਆ ਆਪਾਂ 4 ਸਾਲਾਂ ਬਾਅਦ। ਕੋਈ ਅੱਜ ਤੱਕ ਇਹਨਾਂ ਨੇ ਇੱਕ ਵੀ ਜੋ ਹੈ, ਇੱਕ ਵਾਰ ਰਿਵੀਲ ਹੋ ਗਿਆ ਵੀ ਡੇਰਾ ਸੱਚਾ ਸੌਦਾ ਦਾ ਨਾਮ ਆ ਗਿਆ। ਸਿਰਫ ਇਹੀ ਨਹੀਂ ਵੀ ਉਹਦੀ ਵਰਕਸ਼ਾਪ ਦੇ ਵਿੱਚ ਕੰਮ ਹੋਇਆ, ਉਹਦੇ ਬਹੁਤ ਹੀ ਕਲੋਜ਼ ਐਸੋਸੀਏਟ ਅਮਰੀਕ, ਆਪਣਾ ਅਵਤਾਰ ਤੇ ਗੁਰਤੇਜ, ਇਹ ਤਿੰਨੇ ਐਸੇ ਬੰਦੇ ਸੀ। ਇੱਕ ਤਾਂ ਸਿਕਿਉਰਿਟੀ ਇੰਚਾਰਜ ਸੀਗਾ ਡੇਰਾ ਹੈਡ ਦਾ, ਦੂਜੇ ਬਹੁਤ ਅਹਿਮ ਕਲੋਜ਼ ਐਸੋਸੀਏਟ ਸੀਗੇ ਹਨੀਪ੍ਰੀਤ ਦੇ ਤੇ ਜਸਮੀਤ ਦੇ ਜੋ ਬਾਬੇ ਦਾ ਬੇਟਾ ਹੈ। ਇਹਨਾਂ ਲੋਕਾਂ ਦੇ ਬਹੁਤ ਕਲੋਜ਼ ਐਸੋਸੀਏਟ ਸੀਗੇ ਇਹ ਲੋਕ। ਲੇਕਿਨ ਫਿਰ ਵੀ ਜਦ ਤੋਂ ਇਹਨਾਂ ਦਾ ਨਾਮ ਰਿਵੀਲ ਹੋ ਗਿਆ, ਉਸ ਤੋਂ ਬਾਅਦ ਅੱਜ ਤੱਕ ਇੱਕ ਵਾਰ ਵੀ ਜੇ ਪੰਜਾਬ ਪੁਲਿਸ ਦੇ ਵੱਲੋਂ ਜਾਂ ਇਹਨਾਂ ਦੀ SIT ਵੱਲੋਂ ਕਿਸੇ ਵੀ ਡੇਰੇ ਦੇ ਜ਼ਿੰਮੇਵਾਰ ਬੰਦੇ ਤੋਂ ਪੁੱਛਗਿੱਛ ਕੀਤੀ ਗਈ ਹੋਵੇ, ਕਦੇ ਹਨੀਪ੍ਰੀਤ ਨੂੰ ਪੁੱਛਗਿੱਛ ਕੀਤੀ ਹੋਵੇ, ਜਸਮੀਤ ਨਾਲ ਪੁੱਛਗਿੱਛ ਕੀਤੀ ਹੋਵੇ, ਜਾਂ ਉਹਨੂੰ ਇਹ ਆਮ ਆਦਮੀ ਵਾਂਗੂ ਸਮਝਦੇ ਨਹੀਂ ਹੈਗੇ, ਬੜਾ ਸਿੰਪਲ ਤਰੀਕੇ ਨਾਲ ਪੁਲਿਸ ਪ੍ਰਸ਼ਾਸਨ ਤੇ ਅਫਸਰ ਕਹਿਣ ਲੱਗੇ, ਸ਼ਰਮ ਨਹੀਂ ਮੰਨਦੇ ਵੀ ਜੇ ਅਸੀਂ ਡੇਰੇ ਦੇ ਹੈੱਡ ਨੂੰ ਪੁੱਛਗਿੱਛ ਕੀਤੀ ਨਾ ਜੇਲ੍ਹ ਜਾ ਕੇ, ਤਾਂ ਲਾਅ ਐਂਡ ਆਰਡਰ ਸਿਚੁਏਸ਼ਨ ਹੋ ਜੂਗੀ। ਫਿਰ ਤੁਸੀਂ ਲਾਅ ਐਂਡ ਆਰਡਰ ਮੇਨਟੇਨ ਕਰਨ ਲਈ ਪੁਲਿਸ ਡਿਪਾਰਟਮੈਂਟ ਹੈ ਨਹੀਂਗਾ ਕਿ ਇਹ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਹੋਣ ਤੋਂ ਡਰਦੇ ਮਾਰੇ ਕਿਸੇ ਆਦਮੀ ਤੋਂ ਪੁੱਛਗਿੱਛ ਕਰਨ ਤੋਂ ਵੀ ਡਰਦੇ ਨੇ। ਤਾਂ ਫਿਰ ਪੁਲਿਸ ਕਿਸ ਕੰਮ ਦੀ? ਜੇ ਇਹਨਾਂ ਨੂੰ ਹੀ ਡਰ ਲੱਗਦਾ ਤਾਂ ਫਿਰ ਇਹ ਆਮ ਲੋਕਾਂ ਵਾਂਗੂ ਟਰੀਟ ਨਹੀਂ ਕਰਦੇ ਉਹ ਬੰਦੇ ਨੂੰ, ਤੇ ਨਹੀਂ ਅੱਜ ਤੱਕ ਇਹ ਜੋ ਵਿਕਟਮ ਨੇ ਉਹਨਾਂ ਨੂੰ ਇਨਸਾਫ ਮਿਲ ਜਾਂਦਾ। ਜੋਸ਼ੀ ਜੀ, ਇਹ ਜਿਹੜੀ ਪਹਿਲੀ ਸਿੱਟ ਸੀ ਉਹ RS ਖੱਟੜਾ ਦੀ ਸੀ ਤੇ ਉਸ ਤੋਂ ਬਾਅਦ ਦੁਬਾਰਾ IG ਈਸ਼ਵਰ ਸਿੰਘ ਦੀ ਬਣੀ ਸੀ ਸਿੱਟ। ਇਹ ਜੀ DGP ਈਸ਼ਵਰ ਸਿੰਘ ਨੇ ਪੁਰਾਣੀ SIT ਨੂੰ ਸੁਪਰਸੀਡ ਕੀਤਾ ਸੀ। ਇਹਦੇ ਵਿੱਚ ਕਈ ਹਾਈ ਰੈਂਕਿੰਗ ਆਫੀਸਰਸ, ਕਈ IG, ਕਈ SP ਇਹਦੇ ਵਿੱਚ ਇਨਵੋਲਵ ਕੀਤੇ ਗਏ ਸੀਗੇ। ਉਹਨਾਂ ਨੇ ਜਿਹੜੀ SIT DIG ਖੱਟੜਾ ਦੀ ਸੀਗੀ, ਉਹਨੇ ਤਕਰੀਬਨ 3 ਸਾਲ ਤੱਕ ਇਹਦੀ ਜਾਂਚ ਕੀਤੀ ਹੈ, ਕੋਈ ਤਣ ਪੱਤਣ ਨਹੀਂ ਲਾਇਆ। ਉਸ ਤੋਂ ਬਾਅਦ 9 ਮਹੀਨਿਆਂ ਤੱਕ DGP ਦੇ ਅਧੀਨ ਰਹੀ ਹੈ ਇਹਦੀ ਜਾਂਚ। 9 ਮਹੀਨੇ ਹੋਏ ਨੇ ਹੁਣ ਤੇ ਹਜੇ ਤੱਕ ਜੋ ਹੈ ਇਹਨਾਂ ਨੇ ਇੱਕ ਚਲਾਨ ਪੇਸ਼ ਕਰਤਾ, ਜੋ ਵੀ ਇੱਕ ਪੁਰਾਣੇ ਆਰਡਰ ਦੇ ਤਹਿਤ ਇਹਨਾਂ ਨੇ, ਉਹ ਆਰਡਰ ਦੀ ਸਪਿਰਿਟ ਕੀ ਸੀ ਵੀ ਲੈਟਰ ਐਂਡ ਸਪਿਰਿਟ ਦੇ ਵਿੱਚ ਆਰਡਰ ਨੂੰ ਫੋਲੋ ਕੀਤਾ ਜਾਵੇ, ਇਨਵੈਸਟੀਗੇਸ਼ਨ ਖਤਮ ਕੀਤੀ ਜਾਵੇ। ਕੋਰਟ ਦੀ ਉਹਦੇ ਵਿੱਚ ਸਪਿਰਿਟ ਇਹ ਸੀ ਵੀ ਦੋਸ਼ੀਆਂ ਨੂੰ ਫੜਿਆ ਜਾਵੇ ਤੇ ਇਨਸਾਫ ਦਿੱਤਾ ਜਾਵੇ, ਲੇਕਿਨ ਇਹਨਾਂ ਨੇ ਸਪਿਰਿਟ ਨੂੰ ਫੋਲੋ ਨਹੀਂ ਕੀਤਾ, ਸਿਰਫ ਲੈਟਰ ਨੂੰ ਫੋਲੋ ਕੀਤਾ। ਤੁੱਥ-ਮੁੱਥ ਕਰਕੇ ਜਿਹੜੇ ਬੰਦੇ ਭਗੌੜੇ ਨੇ, ਹਜੇ ਤੱਕ ਇੱਕ ਵਾਰ ਵੀ ਇੱਕ ਬੰਦੇ ਨੂੰ ਵੀ ਇਹਨਾਂ ਨੇ ਪੁੱਛ ਕੇ ਜਾਂਚ ਨਹੀਂ ਕੀਤੀ। ਉਹ ਬੰਦਾ ਇਹਨਾਂ ਦੇ ਹੱਥ ਹੀ ਨਹੀਂ ਲੱਗਿਆ, ਨਾ ਮੋਟਿਵ ਪਤਾ ਲੱਗਿਆ, ਨਾ ਕੌਨਸਪੀਰੇਸੀ ਪਤਾ ਲੱਗੀ, ਨਾ ਕਿਹਨੂੰ ਬੈਨੀਫਿਟ ਹੋਇਆ। ਇਸ ਸਮੇਂ ਤੇ ਜੇ ਦੇਖਿਆ ਜਾਵੇ ਤਾਂ ਸਿਰਫ ਹਰਮਿੰਦਰ ਜੱਸੀ ਨੂੰ ਇਹਦਾ ਫਾਇਦਾ ਹੋਇਆ। ਉਹਨੇ Z ਸਿਕਿਉਰਿਟੀ ਜ਼ਰੂਰ ਓਬਟੇਨ ਕਰ ਲਈ ਉਦੋਂ ਬਾਅਦ ਜੋ ਹੈ, ਲੇਕਿਨ ਤੁਸੀਂ ਇਹ ਦੇਖੋ ਵੀ ਇਹਦੇ ਵਿੱਚ ਅੱਜ ਤੱਕ ਹਰਮਿੰਦਰ ਜੱਸੀ ਨੇ, ਜਿਹਦੇ ਉੱਤੇ ਅਟੈਕ ਹੋਇਆ, ਜਿਹਦੇ ਤੇ ਬਲਾਸਟ ਹੋਇਆ, ਅੱਜ ਤੱਕ ਹਰਮਿੰਦਰ ਜੱਸੀ ਨੇ ਇੱਕ ਵਾਰ ਵੀ ਕੋਰਟ ਨੂੰ ਅਪਰੋਚ ਨਹੀਂ ਕੀਤਾ ਵੀ ਉਹ ਮੇਰੇ ਉੱਤੇ ਅਟੈਕ ਕਰਨ ਵਾਲੇ ਬੰਦੇ ਕੌਣ ਸੀਗੇ, ਉਹ ਦੋਸ਼ੀ ਕੌਣ ਨੇ, ਕਿਵੇਂ ਅਟੈਕ ਹੋ ਗਿਆ। ਮੈਂ ਕਿਵੇਂ ਕਨਸਟੀਟੂਐਂਸੀ 'ਚ ਜਾ ਕੇ ਲੋਕਾਂ ਦੇ ਵਿੱਚ ਫੇਰ ਕੌਨਫੀਡੈਂਸ ਬਿਲਡ ਕਰਾਂ ਵੀ ਤੁਸੀਂ ਇਲੈਕਸ਼ਨ ਪ੍ਰੋਸੈਸ ਦੇ ਵਿੱਚ ਆਪਦਾ ਫੇਥ ਰੱਖੋ।
ਇੱਕ ਬਲਾਸਟ ਹੋ ਜਾਂਦਾ, ਉਸੇ ਪਾਰਟੀ ਦੀ ਸਰਕਾਰ ਬਣ ਜਾਂਦੀ ਹੈ, 4 ਸਾਲ ਬੀਤ ਜਾਂਦੇ ਨੇ, ਲੇਕਿਨ ਫਿਰ ਵੀ ਸਰਕਾਰ ਨੂੰ ਜਾਂ ਕੈਂਡੀਡੇਟ ਨੂੰ ਕੋਈ ਫਿਕਰ ਨਹੀਂ ਪਈ ਹੈ ਵੀ ਲੋਕ ਮਰੇ ਨੇ, 7 ਲੋਕਾਂ ਦੀ ਜਾਨ ਗਈ ਹੈ ਇਲੈਕਸ਼ਨ ਪ੍ਰੋਸੈਸ ਦੇ ਦੌਰਾਨ, ਲੋਕ ਮਰੇ ਨੇ। ਕਿਉਂ ਉਹਨਾਂ ਨੇ ਅਪਰੋਚ ਕਰਕੇ ਇਹਦੀ ਕੋਸ਼ਿਸ਼ ਕਿਉਂ ਨਹੀਂ ਕੀਤੀ? ਜੇ ਆਪ ਤੋਂ ਜਾਂਚ ਨਹੀਂ ਹੋ ਰਹੀ ਸੀ ਤਾਂ ਆਪਦਾ ਮੰਨ ਕੇ ਦੇਖੋ, ਇੱਕ ਐਵੀਡੈਂਸ ਦੀ ਕੋਈ ਏਜ ਹੁੰਦੀ ਹੈ ਵੀ ਜਦੋਂ ਤੱਕ ਉਹ ਐਵੀਡੈਂਸ ਰਹਿੰਦਾ। ਇਹ ਹੁਣ ਜਿਹੜਾ ਐਵੀਡੈਂਸ ਖਰਾਬ ਹੋ ਗਿਆ 4 ਸਾਲਾਂ ਦੇ ਵਿੱਚ, ਇਹਦਾ ਜ਼ਿੰਮੇਵਾਰ ਕੌਣ ਹੈ? ਸਰਕਾਰ ਨੇ ਕਿਉਂ ਨਹੀਂ ਇਹਦੀ ਸੰਜੀਦਗੀ ਨਾਲ ਇਹਨੂੰ ਮਾਮਲੇ ਨੂੰ ਲੈ ਕੇ ਇਹ ਕਿਹਾ ਵੀ ਅਸੀਂ, ਸਾਥੋਂ ਜਾਂਚ ਨਹੀਂ ਹੋ ਰਹੀ, ਸਾਥੋਂ ਮਤਲਬ ਚੀਜ਼ਾਂ ਨਹੀਂ ਪਤਾ ਲੱਗ ਰਹੀਆਂ, ਸਾਥੋਂ ਕੁਝ ਰਿਵੀਲ ਨਹੀਂ ਹੋਇਆ, ਅਸੀਂ ਇਨਸਾਫ ਦੇਣਾ, NIA ਦੀ ਜਾਂਚ ਦੇਣਾ। ਜੇ ਤੁਹਾਡੇ ਯਾਦ ਹੋਵੇ, ਸਤੰਬਰ 2019 ਦੇ ਵਿੱਚ ਇੱਕ ਤਰਨਤਾਰਨ 'ਚ ਖੇਤਾਂ ਦੇ ਵਿੱਚ ਬਲਾਸਟ ਹੋਇਆ, ਉੱਥੇ 2 ਲੋਕਾਂ ਦੀ ਜਾਨ ਗਈ, 1 ਬੰਦਾ ਇੰਜਰਡ ਹੋਇਆ। ਉਹਦੀ ਜਾਂਚ ਇਹਨਾਂ ਨੇ ਤੁਰੰਤ ਜਿਹੜੀ ਹੈ NIA ਨੂੰ ਦੇਤੀ ਤੇ ਕੁਝ ਦਿਨਾਂ ਦੇ ਵਿੱਚ ਉਹਨਾਂ ਨੇ ਉਸ ਬਲਾਸਟ ਦਾ ਰਿਜ਼ਲਟ ਵੀ ਕੱਢ ਕੇ ਦੇਤਾ ਵੀ ਇਹ ਕਰੈਕਰ ਫੈਕਟਰੀ ਤੇ ਉਹ ਜਿਹੇ ਟੈਰਰਿਸਟ ਐਂਗਲ ਉਹਦੇ ਵਿੱਚ ਰੂਲ ਆਊਟ ਕਰਤਾ। ਇਸ ਮਾਮਲੇ ਦੇ ਵਿੱਚ ਇੰਪਰੋਵਾਈਜ਼ਡ ਐਕਸਪਲੋਸਿਵ ਡਿਵਾਈਸ ਯੂਜ਼ ਕੀਤੇ ਗਏ ਨੇ। ਸੀਰੀਅਸ ਮਾਮਲਾ ਹੈ ਕਿਉਂਕਿ ਕਿਤੇ ਖੇਤਾਂ ਦੇ ਵਿੱਚ ਨਹੀਂ, ਪਬਲਿਕ ਮੀਟਿੰਗ, ਉਹ ਵੀ ਇਲੈਕਸ਼ਨ ਮੀਟਿੰਗ, ਇਲੈਕਸ਼ਨ ਪ੍ਰੋਸੈਸ ਦੇ ਦੌਰਾਨ ਇਹ ਬਲਾਸਟ ਹੋਇਆ। ਫਿਰ ਵੀ ਇਹਨੂੰ ਸੰਜੀਦਾ ਤੌਰ ਤੇ ਨਹੀਂ ਲੈ ਰਹੀ ਕਾਂਗਰਸ ਸਰਕਾਰ, ਤਾਂ ਕਿਤੇ ਨਾ ਕਿਤੇ ਉਹਨਾਂ ਦੀ ਐਂ ਲੱਗਦਾ ਜਿਵੇਂ ਉਹਨਾਂ ਨੂੰ ਪਤਾ ਹੀ ਹੋਵੇ ਵੀ ਕੋਈ ਚੱਕਰ ਨਹੀਂ, ਇਹ ਆਪਦੀ ਕਿਤੇ ਨਾ ਕਿਤੇ ਰਲੀ ਭੁਗਤ ਹੋ ਸਕਦੀ ਹੈ। ਹੈਰਾਨੀ ਦੀ ਗੱਲ ਤਾਂ ਇਹ ਵੀ ਹੈ ਵੀ ਜਦੋਂ ਹੋਰ ਪੋਲੀਟੀਕਲ ਪਾਰਟੀਆਂ ਨੇ, ਜਿਵੇਂ ਆਮ ਆਦਮੀ ਪਾਰਟੀ ਤੇ ਐਲੀਗੇਸ਼ਨ ਲਾਏ ਗਏ ਸੀ, ਉਹਨਾਂ ਨੇ ਵੀ ਕਦੇ ਇਹਦੇ ਵਿੱਚ ਸੰਜੀਦਾ ਰੂਪ 'ਚ ਇਹਨੂੰ, ਇਹ ਐਡੇ ਵੱਡੇ ਮਾਮਲੇ ਨੂੰ ਕਦੇ ਇਹ ਜਨ ਅੰਦੋਲਨ ਦੇ ਵਿੱਚ ਰੂਪ ਦੇ ਵਿੱਚ ਕਨਵਰਟ ਨਹੀਂ ਕੀਤਾ ਵੀ ਇਹ ਪਤਾ ਤਾਂ ਲੱਗੇ ਪੰਜਾਬ ਦੇ ਲੋਕਾਂ ਦੇ ਦੋਸ਼ੀ ਕੌਣ ਨੇ, ਕਿਹਨਾਂ ਨੇ ਇਸ ਰੂਪ ਦੇ ਵਿੱਚ ਇਹ ਇਨਜਸਟਿਸ ਕੀਤਾ ਲੋਕਾਂ ਦੇ ਨਾਲ। ਮਹਿੰਦਰ ਜੀ, ਰਵਿੰਦਰ ਜੀ, ਇੱਕ ਮੇਰੀ ਗੱਲ ਸੁਣੋ। ਜੇ ਆਪਾਂ RS ਖਰੜਾ ਦੀ ਗੱਲ ਕਰੀਏ ਤਾਂ ਬੜੇ ਕਾਬਿਲ ਅਫਸਰ ਨੇ ਜਿਨ੍ਹਾਂ ਨੇ ਬੇਅਦਬੀ ਕਾਂਡ ਦਾ ਵੀ ਖੁਲਾਸਾ ਕਰਤਾ ਸੀ ਤੇ 11 ਦੋਸ਼ੀ ਉਹਨਾਂ ਨੇ ਸਿਰਸਾ ਡੇਰੇ ਦੇ ਹੀ ਗ੍ਰਿਫਤਾਰ ਕੀਤੇ ਸੀ, ਪਰੰਤੂ ਇਸ ਮਾਮਲੇ ਦੇ ਵਿੱਚ ਆ ਕੇ ਉਹਨਾਂ ਦੀ ਜਾਂਚ ਵੀ ਫੇਲ ਹੋ ਗਈ। ਤੁਹਾਨੂੰ ਕੀ ਲੱਗ ਰਿਹਾ ਕਿ ਵੀ ਪਿੱਛੇ ਕੋਈ ਪੋਲੀਟੀਕਲ ਫੋਰਸ ਹੈਗੀ ਹੈ ਕਿ ਜਿਹੜੀ ਮੋਟੀਵੇਟ ਕਰ ਰਹੀ ਹੈ ਮਾਮਲੇ ਨੂੰ, ਜਾਂ ਨਹੀਂ ਹੋਣ ਦੇ ਰਹੀ, ਕੁਛ ਅੱਗੇ ਆਉਣ ਨਹੀਂ ਦੇ ਰਹੀ? ਦੇਖੋ ਜੀ, ਕੰਪੀਟੈਂਸੀ ਦੇ ਵਿੱਚ ਤਾਂ ਕੋਈ ਸਵਾਲੀਆ ਨਿਸ਼ਾਨ ਨਹੀਂ ਹੈ ਖੱਟੜਾ ਸਾਹਿਬ ਦੀ, ਕਿਉਂਕਿ ਖੱਟੜਾ ਸਾਹਿਬ ਹੀ ਨੇ ਜਿਨ੍ਹਾਂ ਨੇ ਰਿਵੀਲ ਕਰਤਾ ਵੀ ਇਹ ਜਿਹੜੀ ਕਾਰ ਹੈ ਇਹ ਤੇ ਪੇਂਟ ਹੋਇਆ, ਰੈੱਡ ਕਲਰ ਤੋਂ ਵਾਈਟ ਕਲਰ ਦੀ ਬਣਾਈ ਗਈ, ਇਹਦੇ ਵਿੱਚ ਇੰਪਰੋਵਾਈਜ਼ਡ ਐਕਸਪਲੋਸਿਵ ਡਿਵਾਈਸ ਲਾਏ ਗਏ, ਇਹ ਸਾਰਾ ਕੁਝ ਹੋਇਆ 3 ਬੰਦਿਆਂ ਨੇ ਕੀਤਾ। ਉਹਨਾਂ ਨੇ ਤਾਂ ਇਹਦਾ ਸਿੱਟਾ ਕੱਢ ਦਿੱਤਾ ਸੀ, ਪਰ ਕਿਤੇ ਨਾ ਕਿਤੇ ਉਹ ਇੰਟਰਸਟੇਟ ਦੀ ਗੱਲ ਆ ਗਈ ਨਾ, ਫਿਰ ਹਰਿਆਣੇ ਦੇ ਵਿੱਚ ਚਲਾ ਗਿਆ ਮਾਮਲਾ, ਇੰਟਰਸਟੇਟ ਦੀ ਗੱਲ ਆ ਗਈ, ਕਿਤੇ ਹੱਥ ਬੰਨੇ ਰਹਿ ਜਾਂਦੇ ਅਫਸਰਾਂ ਦੇ, ਕਿਤੇ ਸਰਕਾਰਾਂ ਵੱਲੋਂ ਜਾਂ ਉਹਨਾਂ ਦੀ ਅਫਸਰਸ਼ਾਹੀ ਹੋਰ ਉੱਪਰੋਂ ਜੇ ਪ੍ਰੈਸ਼ਰ ਹੁੰਦਾ ਤਾਂ ਕਈ ਵਾਰ ਅਫਸਰ ਦੇ ਵੀ ਹੱਥ ਬੰਨੇ ਰਹਿ ਜਾਂਦੇ ਨੇ। ਪਰ ਕੰਪੀਟੈਂਸੀ ਤਾਂ ਉਦੋਂ ਦੇਖੀ ਜਾਂਦੀ ਹੈ ਨਾ ਜਦੋਂ ਕੋਈ ਰਿਜ਼ਲਟ ਦਿੰਦਾ। ਤਿਆਰੀ ਦਾ ਮਤਲਬ ਨਹੀਂ ਬਣਦਾ ਵੀ ਤੁਸੀਂ ਉਸ ਚੀਜ਼ ਨੂੰ ਕਹੋਗੇ, ਤੁਹਾਨੂੰ ਉਸ ਚੀਜ਼ ਨੂੰ ਕਿਤੇ ਨਾ ਕਿਤੇ ਨਤੀਜੇ ਤੇ ਲੈ ਕੇ ਜਾਣਾ ਸੀ, ਤਾਂ ਉਹ ਕਰਨ ਦੇ ਵਿੱਚ ਪੰਜਾਬ ਪੁਲਿਸ, ਪੰਜਾਬ ਸਰਕਾਰ ਦੋਨੇ ਵਿਫਲ ਰਹੇ ਨੇ। ਤੁਸੀਂ ਜੋ ਪਟੀਸ਼ਨ ਪਾਈ ਸੀ, ਤੁਸੀਂ ਕੀ ਚੀਜ਼ਾਂ ਦੀ ਮੰਗ ਕੀਤੀ ਸੀ ਕੋਰਟ ਤੋਂ? ਉਹਦੇ ਵਿੱਚ ਅਹਿਮ ਰੂਪ ਦੇ ਵਿੱਚ 2 ਮੰਗਾਂ ਸੀਗੀਆਂ ਸਾਡੀਆਂ ਵੀ, ਕਿਉਂਕਿ ਇਹ ਇੰਟਰਸਟੇਟ ਮਾਮਲਾ, ਸੀਰੀਅਸ ਮਾਮਲਾ ਹੈ, ਕਨਸਟੀਟਿਊਸ਼ਨਲ ਮਸ਼ੀਨਰੀ ਨੂੰ ਫੇਲ ਕਰਨ ਵਾਲਾ ਮਾਮਲਾ। ਇਸ ਮਾਮਲੇ ਦੇ ਵਿੱਚ ਜਿਹੜੀ ਜਾਂਚ ਹੈ ਉਹ NIA ਜਾਂ CBI, ਕੋਈ ਸੈਂਟਰਲ ਏਜੰਸੀ ਦੇ ਵੱਲੋਂ ਕੀਤੀ ਜਾਵੇ ਤਾਂ ਕਿ ਲੋਕਾਂ ਨੂੰ ਟਾਈਮ ਸਿਰ ਇਨਸਾਫ ਦਿੱਤਾ ਜਾ ਸਕੇ। ਦੂਜਾ, ਇਹਦੇ ਵਿੱਚ ਅਸੀਂ ਇਹ ਮੰਗ ਰੱਖੀ ਸੀ ਵੀ ਜਿਹੜੇ ਵਿਕਟਮਸ ਨੇ ਉਹਨਾਂ ਨੂੰ ਕਿਤੇ ਨਾ ਕਿਤੇ ਕੋਈ ਰਾਹਤ ਪਹੁੰਚਾਈ ਜਾਵੇ, ਉਹਨਾਂ ਨੂੰ ਪ੍ਰੋਪਰ ਰੂਪ ਦੇ ਵਿੱਚ ਕੋਈ ਨਾ ਕੋਈ ਕੰਪਨਸੇਟ ਕੀਤਾ ਜਾਵੇ, ਕਿਉਂਕਿ ਇਹ ਜਿਹੜਾ ਮਾਮਲਾ ਹੈ ਉਹ ਇਲੈਕਸ਼ਨ ਦੇ ਦੌਰਾਨ ਹੋਇਆ। ਆਪਦੇ ਇਲੈਕਸ਼ਨ ਪ੍ਰੋਸੈਸ ਦੀ ਜਿਹੜੀ ਕੈਂਡੀਡੇਟ ਦੀ ਇੱਕ ਮੀਟਿੰਗ ਅਟੈਂਡ ਕਰਨ ਆਏ ਲੋਕ ਨੇ ਜਿਨ੍ਹਾਂ ਦੇ ਨਾਲ ਇਹ ਹਾਦਸਾ ਵਾਪਰਿਆ, ਉਹਨਾਂ ਨੂੰ ਕਿਤੇ ਨਾ ਕਿਤੇ ਅਹਿਮ ਰੂਪ ਦੇ ਵਿੱਚ ਅੱਛਾ ਮੁਆਵਜ਼ਾ ਸਰਕਾਰ ਵੱਲੋਂ ਜਾਂ ਸੈਂਟਰਲ ਸਰਕਾਰ ਵੱਲੋਂ ਜਾਂ ਸਟੇਟ ਸਰਕਾਰ ਵੱਲੋਂ ਦੇਣਾ ਬਣਦਾ ਸੀ। ਤੇ ਹੁਣ ਫਿਰ ਕਿੱਥੇ ਖੜੀ ਹੈ ਗੱਲ? ਕੋਰਟ ਦੇ ਵਿੱਚ ਤਰੀਕ ਸੀ ਹੁਣ ਜੀ, ਅਸਲ 'ਚ ਜਿਹੜੀ ਮੇਨ ਰਿਟ ਸੀਗੀ ਇਹਨੂੰ ਇੱਕ ਵਾਰੀ ਪਹਿਲਾਂ ਹਾਈ ਕੋਰਟ ਨੇ ਡਿਸਪੋਜ਼ ਆਫ ਕਰ ਦਿੱਤਾ ਸੀ 2019 ਦੇ ਵਿੱਚ, ਤੇ ਉਹਦੇ ਵਿੱਚ ਲਿਬਰਟੀ ਦਿੱਤੀ ਸੀ ਵੀ ਜੇ ਇਨਵੈਸਟੀਗੇਸ਼ਨ ਟਾਈਮ ਸਿਰ ਨਾ ਹੋਈ ਤਾਂ ਤੁਸੀਂ ਇਹਨੂੰ ਰਿਵਾਈਵ ਕਰ ਸਕਦੇ ਹੋ। ਅਸੀਂ ਉਸ ਰਿਟ ਦੀ ਰਿਵਾਈਵਲ ਲਈ ਐਪਲੀਕੇਸ਼ਨ ਪਾਈ ਸੀ, ਜਿਹਦੇ ਵਿੱਚ ਆਰਡਰ ਦੁਬਾਰਾ ਹੋਏ ਵੀ SIT ਨੂੰ ਰਿਪਲੇਸ ਕਰਤਾ, DIG ਖੱਟੜਾ ਸਾਹਿਬ ਦੀ SIT ਨੂੰ ਰਿਪਲੇਸ ਕਰਕੇ DGP ਲਾਅ ਐਂਡ ਆਰਡਰ ਦੀ SIT ਦੁਬਾਰਾ ਗਠਿਤ ਕਰਤੀ, ਤੇ ਉਹਨਾਂ ਨੂੰ ਡਾਇਰੈਕਸ਼ਨਾਂ ਦਿੱਤੀਆਂ ਸੀ ਵੀ ਤੁਸੀਂ ਟਾਈਮ ਸਿਰ ਇਨਵੈਸਟੀਗੇਸ਼ਨ ਖਤਮ ਕਰਕੇ ਚਲਾਨ ਫਾਈਲ ਕਰੋ। ਕਹਿਣ ਦਾ ਭਾਵ ਇਸ ਆਰਡਰ ਦੀ ਸਪਿਰਿਟ ਇਹ ਸੀ ਵੀ ਤੁਸੀਂ ਦੋਸ਼ੀਆਂ ਨੂੰ ਫੜੋ ਤੇ ਉਹਨਾਂ ਦੇ ਖਿਲਾਫ ਜਲਦੀ ਇਨਵੈਸਟੀਗੇਸ਼ਨ ਖਤਮ ਕਰਕੇ ਚਲਾਨ ਪਾਓ, ਕਿਉਂਕਿ 3 ਸਾਲ ਉਸ ਸਮੇਂ ਹੋ ਚੁੱਕੇ ਸੀ, ਹੁਣ 4 ਸਾਲ ਹੋ ਚੁੱਕੇ ਨੇ। ਲੇਕਿਨ ਇਹਨਾਂ ਨੇ ਕੀ ਕੀਤਾ ਜੀ, ਜੋ ਉਸ ਟਾਈਮ ਤੱਕ ਦੀ ਇਨਵੈਸਟੀਗੇਸ਼ਨ ਹੋਈ ਸੀ ਉਦੋਂ ਵੱਧ ਡੱਕਾ ਨਹੀਂ ਤੋੜਿਆ। ਇਹਨਾਂ ਨੇ ਨਾਲ ਦੀ ਨਾਲ ਜੋ ਹੈ ਆਪਦਾ ਇੱਕ ਚਲਾਨ ਤਿਆਰ ਕੀਤਾ, ਉਹ ਕੋਰਟ ਦੇ ਵਿੱਚ ਤੁੱਥ-ਮੁੱਥ ਕਰਕੇ ਬਿਨਾਂ ਕਿਸੇ ਨੂੰ ਅਰੈਸਟ ਕੀਤੇ, ਬਿਨਾਂ ਕਿਸੇ ਅਕਿਊਜ਼ਡ ਨੂੰ ਪੁੱਛਗਿੱਛ ਕਰੇ ਕੀ ਚਲਾਨ ਹੋਊਗਾ। ਉਹ ਚਲਾਨ ਦੀ ਹਜੇ ਕਾਪੀ ਅਸੀਂ obtain ਕਰਨੀ ਹੈ, ਸਾਨੂੰ ਹਜੇ ਕਾਪੀ ਨਹੀਂ ਪ੍ਰੋਵਾਈਡ ਕੀਤੀ ਗਈ। ਉਹਦੀ ਚਲਾਨ ਦੀ ਕਾਪੀ ਦੇਖ ਕੇ ਉਹਦੇ ਬਾਰੇ ਤੁਹਾਨੂੰ ਫਿਰ ਉਹਦੀ ਡਿਟੇਲ ਕਰਾਂਗੇ। ਬਟ ਹੁਣ ਜੋ ਕਾਜ਼ ਆਫ ਐਕਸ਼ਨ ਅਗਲਾ ਰਹੂਗਾ ਸਾਡਾ ਹੁਣੇ, ਕਿਉਂਕਿ ਇਹ ਮਾਮਲੇ ਨੂੰ ਇੱਕ ਵਾਰ ਉਹਨਾਂ ਨੇ ਉਸ ਐਪਲੀਕੇਸ਼ਨ ਨੂੰ ਡਿਸਪੋਜ਼ ਆਫ ਕਰ ਦਿੱਤਾ, ਲੇਕਿਨ ਉਹਦੇ ਵਿੱਚ ਲਿਬਰਟੀਜ਼ ਦਿੱਤੀਆਂ ਹੋਈਆਂ। ਪਰ ਇਹਦੇ ਵਿੱਚ ਇਹ ਵੀ ਅਹਿਮ ਰੂਪ 'ਚ ਆਰਡਰ ਦੇ ਵਿੱਚ ਕਿਹਾ ਵੀ 2 ਹਫ਼ਤਿਆਂ ਦੇ ਅੰਦਰ ਅੰਦਰ ਤੁਸੀਂ
ਤੁਸੀਂ ਜੋ ਹੈ ਮੁਲਜ਼ਮਾਂ ਨੂੰ ਫੜੋ। ਤੇ ਡਿਸਸੈਟੀਸਫੈਕਸ਼ਨ ਵੀ ਜ਼ਾਹਰ ਕੀਤੀ ਹੈ ਹਾਈ ਕੋਰਟ ਨੇ। ਤਾਂ ਅਸੀਂ ਦੇਖ ਰਹੇ ਹਾਂ ਹੁਣ ਕਈ ਪ੍ਰਾਵਧਾਨ ਨੇ, ਡਿਸਕਸ਼ਨ ਕਰਾਂਗੇ ਇਹਦੇ ਉੱਤੇ। ਲੀਗਲ ਜੋ ਸਕੋਪ ਹੈ, ਅਸੀਂ ਕੰਟੈਂਪਟ ਵੀ ਬਣਾ ਸਕਦੇ ਹਾਂ ਜੇ 2 ਹਫ਼ਤਿਆਂ ਦੇ ਅੰਦਰ ਪੁਲਿਸ ਦੇ ਵੱਲੋਂ ਕੋਈ ਕਾਰਵਾਈ ਨਾ ਕੀਤੀ ਗਈ। ਇਹਨੂੰ ਦੁਬਾਰਾ ਹਾਈ ਕੋਰਟ ਦੇ ਵਿੱਚ ਅਪਰੋਚ ਕਰ ਸਕਦੇ ਹਾਂ। NIA ਦਾ ਕਨਸੈਪਟ ਤੇ ਜਿਹੜਾ ਕੰਪਨਸੇਸ਼ਨ ਦਾ ਗੱਲ ਸੀਗੀ ਉਹਨੂੰ ਪ੍ਰੋਪਰਲੀ ਐਡਰੈਸ ਨਹੀਂ ਕੀਤਾ ਗਿਆ ਉਹ ਜਜਮੈਂਟ ਦੇ ਵਿੱਚ। ਤੇ ਇੱਕ ਸੁਪਰੀਮ ਕੋਰਟ ਦਾ ਵੀ ਪ੍ਰਾਵਧਾਨ ਸਾਡੇ ਕੋਲੇ ਅਵੇਲੇਬਲ ਹੈ। ਤਾਂ ਅਸੀਂ ਇਹਨੂੰ ਕਿਤੇ ਨਾ ਕਿਤੇ ਹੁਣ ਇਸ ਮਾਮਲੇ ਨੂੰ ਫੜ ਕੇ ਕਿਤੇ ਨਾ ਕਿਤੇ ਇਹਨੂੰ ਜ਼ਰੂਰ ਨਤੀਜੇ ਤੱਕ ਲੈ ਕੇ ਜਾਵਾਂਗੇ। ਸਾਡਾ ਸੰਘਰਸ਼ ਜਾਰੀ ਰਹੇਗਾ। ਬਹੁਤ ਬਹੁਤ ਸ਼ੁਕਰੀਆ ਜੀ। ਸੋ ਤੁਸੀਂ ਸੁਣਿਆ ਕਿ ਇਸ ਮਾਮਲੇ ਦੇ ਵਿੱਚ 2 ਵੱਡੇ ਸਵਾਲ ਖੜੇ ਹੁੰਦੇ ਨੇ। ਪਹਿਲਾ ਸਵਾਲ ਤਾਂ ਇਹ ਹੈਗਾ ਕਿ ਹਰਮਿੰਦਰ ਜੱਸੀ ਜੋ ਕਿ ਕਾਂਗਰਸ ਦਾ ਹੀ ਕੈਂਡੀਡੇਟ ਸੀ, ਉਹਦੀ ਇੱਕ ਸਭਾ ਦੇ ਵਿੱਚ ਇਹ ਵਿਸਫੋਟ ਹੋਇਆ ਹੈਗਾ ਤੇ ਉਸ ਤੋਂ ਬਾਅਦ ਹਰਮਿੰਦਰ ਜੱਸੀ ਖੁਦ ਚੁੱਪ ਕਰਕੇ ਬੈਠ ਗਿਆ। ਹਾਲਾਂਕਿ ਸਰਕਾਰ ਵੀ ਕਾਂਗਰਸ ਦੀ ਬਣ ਗਈ ਤੇ ਉਹਨੂੰ ਇਹ ਕਰਨਾ ਚਾਹੀਦਾ ਸੀ ਕਿ ਦੋਸ਼ੀ ਲੱਭਣੇ ਚਾਹੀਦੇ ਸੀ। ਉਹਨਾਂ ਦਾ ਮੋਟਿਵ ਕੀ ਸੀ, ਕਿਹਨੂੰ ਮਾਰਨ ਆਏ ਸੀ ਤੇ ਕੌਣ ਮਰ ਗਿਆ। 8 ਬੰਦੇ ਇਹਦੇ ਵਿੱਚ ਮਰੇ ਹੈਗੇ ਨੇ, 25 ਇੰਜਰਡ ਹੋਏ ਹੈਗੇ ਨੇ, ਜਿਨ੍ਹਾਂ ਦੇ ਵਿੱਚ ਕੁਝ ਬੱਚੇ ਵੀ ਸ਼ਾਮਲ ਸੀ ਜੋ ਕਿ ਉਸ ਸਭਾ ਦੇ ਵਿੱਚ ਬੈਠੇ ਸੀ। ਇਹ ਮਾਮਲਾ ਵੀ ਇੱਕ ਪਾਸੇ ਲਗਾ ਦਿੱਤਾ ਗਿਆ। ਤੇ ਦੂਸਰੀ ਗੱਲ ਹੈਗੀ ਹੈ ਕਿ ਜੇ ਪੰਜਾਬ ਸਰਕਾਰ ਕੋਲੋਂ ਇਹ ਪੁਲਿਸ ਨੂੰ ਜਾਂਚ ਦਿੱਤੀ ਗਈ ਸੀ, ਕੁਝ ਨਹੀਂ ਸੀ ਹੋ ਰਿਹਾ, ਤਾਂ NIA ਜਾਂ CBI ਨੂੰ ਇਹਦੀ ਜਾਂਚ ਦਿੱਤੀ ਜਾਣੀ ਚਾਹੀਦੀ ਸੀ, ਜੋ ਕਿ ਇੰਡੀਪੈਂਡੈਂਟ ਇੱਕ ਏਜੰਸੀਆਂ ਹੈਗੀਆਂ ਨੇ ਇਨਵੈਸਟੀਗੇਸ਼ਨ ਦੀਆਂ, ਤੇ ਉਹਨਾਂ ਵੱਲੋਂ ਕੁਝ ਨਾ ਕੁਝ ਹੁਣ ਸਾਹਮਣੇ ਲਿਆਂਦਾ ਜਾਣਾ ਸੀ। ਕਿਉਂਕਿ ਬੇਅਦਬੀ ਕਾਂਡ ਦੀ ਤਰ੍ਹਾਂ ਇਹਦੇ ਵਿੱਚ ਵੀ ਕੁਝ ਨਾ ਕੁਝ CBI ਵੱਲੋਂ ਕੀਤਾ ਹੀ ਜਾਂਦਾ, ਪਰੰਤੂ ਇਹ ਮਾਮਲਾ ਵੀ ਸਰਕਾਰ ਵੱਲੋਂ ਸਾਈਡ ਤੇ ਲਗਾ ਦਿੱਤਾ ਗਿਆ। ਤੇ ਹੁਣ ਜਿਹੜੇ ਐਡਵੋਕੇਟ ਸਾਹਿਬ ਵੱਲੋਂ ਇਹ ਰਿਟ ਪਾਈ ਗਈ ਸੀ, ਇਸ ਨੂੰ ਵੀ ਡਿਸਪੋਜ਼ ਆਫ ਕਰ ਦਿੱਤਾ ਗਿਆ ਹਾਈ ਕੋਰਟ ਦੇ ਵਿੱਚੋਂ। ਹਾਲਾਂਕਿ ਬੜੀ ਹੈਰਾਨੀ ਵਾਲੀ ਗੱਲ ਹੈ, ਪਰ ਉਹਨਾਂ ਕੋਲ ਪ੍ਰਾਵਧਾਨ ਵੀ ਹੈਗੇ ਨੇ, ਉਹ ਅੱਗੇ ਇਹਨੂੰ ਰਿਵਿਊ ਕਰਨਾ ਚਾਹੁੰਦੇ ਨੇ। ਤੇ ਤੀਸਰੀ ਗੱਲ ਸਭ ਤੋਂ ਵੱਡੀ ਇਹ ਹੈਗੀ ਕਿ ਹਾਈ ਕੋਰਟ ਨੇ ਨਾਲ ਆਰਡਰ ਕੀਤੇ ਨੇ ਕਿ 2 ਹਫ਼ਤਿਆਂ ਦੇ ਵਿੱਚ ਦੋਸ਼ੀਆਂ ਨੂੰ ਲੱਭ ਕੇ ਉਹਨਾਂ ਨੂੰ ਜੇਲ੍ਹ ਦੀਆਂ ਸੀਖਾਂ ਦੇ ਪਿੱਛੇ ਕਰੋ। ਦੇਖਦੇ ਹਾਂ ਕਿ ਪੰਜਾਬ ਸਰਕਾਰ ਇਸ ਮਾਮਲੇ ਦੇ ਵਿੱਚ ਹੁਣ ਕੀ ਕਰ ਰਹੀ ਹੈ। ਕੈਮਰਾਮੈਨ ਸੁਨੀਲ ਦੇ ਨਾਲ ਸੁਸ਼ੀਲ ਗਰਚਾ, ਦੈਨਿਕ ਸਵੇਰਾ, ਚੰਡੀਗੜ੍ਹ। ऑल वर्ल्ड ओपन चैलेंज 17 टाइम गोल्ड मेडलिस्ट मियां रफीक मोहम्मद, पंडित, मौलवी, बेगम, तांत्रिक, इन्हां चोरा ठग्गां तो सावधान। स्पेशलिस्ट वशीकरण, सट्टा नंबर, लव मैरिज, पति पत्नी च अनबन, विदेश च पक्का होना, कारोबार दा ना चलना, सिर्फ 31 घंटियां विच समाधान। फ्री 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 मियां रफीक मोहम्मद। मोबाइल 84 374 94 647 84 374 94 648। देश दुनिया की हर वड्डी खबर दे लई हुणे डाउनलोड करो नंबर 1 न्यूज़ ऐप दैनिक सवेरा टाइम।